ਧੰਨ ਵਾਹਿਗੁਰੂ ਸਾਹਿਬ ਜੀਓ। ਛਾਏ ਜਾਤੀ ਏਕਤਾ ਅਨੇਕਤਾ ਮਿਲਾਏ ਜਾਤੀ, ਹੋਵਤੀ ਕੁਟਿਲ ਤਾਕਤ ਬਿਨ ਕੁਰਾਨ ਕੀ। पाप ही प्रपक जाते धर्म तसक जाते, भरन गर्क जाते साहित्य विधान की। देवी देवा देहो रे संतोख सिंगा दूर होते, रीत मिट जाती कथा वेदन पुराण की। श्री गुरु गोबिंद सिंह पावन परम सूर, मूरत न होती जो पे करुणा निदान की। वह प्रगटे उमर दे अगमड़ा, बरियाम अकेला। वाह वाह गोबिंद सिंह, आपे गुर चिला। परम सत्कार योग, जुगो जुग अटल, चवर छत्र तखत दे मालिक, धन 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 साहिब श्री गुरु ग्रंथ साहिब सच्चे पातशाह महाराज जी दी पावन पवित्र ते निगी गोद विच सुशोभित गुरु रूप गुरु खालसा साध संगत जी। आपां सारे भागां वाले हां जिन्हों सतगुरां ने नजरों करम करके अपनी गोद विच बिठाया, क्योंकि गुरु की गोद मिलनी भी बिना भागां तो नहीं। उत्तम भागुण फिर गुरु की गोद प्राप्त होंदी है। और सतगुरु धन साहिब श्री गुरु गोबिंद सिंह सच्चे पातशाह महाराज जी दे प्रकाश पुरब नूं मुख रखदियां होइयां आपां सारे सतगुरां दे चरणां विच हाਜ਼ਰ होए हां। हुण प्रकाश ते गुरु दा सदा ही है। गुरु दा प्रकाश कदे घटिया थोड़ी है। बाबे ते बाबरकियां दी टक्कर चलदी रही निरंतर, पर गुरु दा प्रकाश ते जिन्ना उन्हां ने मिटाउणा चाहिया उन्ना वधिया। दुनिया ने जोर ला लिया कि बाबे नानक दे दर दा प्रकाश खत्म कर दिता जाए। अज भी किते जा रहे ने यतन, अज जगह जगह उत्ते हमले हो रहे ने। धन गुरु ग्रंथ साहिब सच्चे पातशाह महाराज जी दियां बेअदबियां हो रही ने। कादे लई? उहदे पिछे कारण यही है कि इस प्रकाश नूं खत्म किया जाए। ये झल्लिया नहीं जा रहा। ਇਹਦਾ तेज प्रताप इन्ना प्रचंड है, ਉਹਦੇ सामना करना औखा होया पिया सारिਆਂ ਨੂੰ। ਇਸੇ ਲਈ ਯਤਨ ਕੀਤੇ ਜਾ ਰਹੇ ਨੇ। जगह जगह उत्ते बेअदबियां हो रही ने, पर साडी कौम ने हुण थोड़ी जी बागडोर कस लई है। और ऐसी कसी कहंदे हुण जेड़ा बेअदबी करन आया ना, पर सिर सोच समझ के लैके आवे, सिर रहन नहीं देना ਉਹਦੇ ਧੜ ਦੇ ਉੱਤੇ। और चाहिए भी इदा ही है। संत बाबा जरनैल सिंह जी खालसा पिंडरां वाले वो क्या करते सन, कोई सिंह उन्होंने खबर देन गया कि फलानी जगह बेअदबी हो गई। ते तू की करदा सी? तू जिंदा किदां आ गया? जां मर जांदा जां मार दिंदा उन्हें। इत्थे बेअदबियां होणियां तां ही रुकणियां जे साडे हत्थ खंडा जिहड़ा ना वो तिखा होएगा। हुण ते इन्ने हमलावर हो गए। हरमंदर साहिब दे अंदर वो अंदर जाके कृपान भी मोहरा पई चुकन दे यतन कीते। कादे लई? कि प्रकाश घटाया जाए। पर सतगुरां दा प्रकाश ते सदा ही है। आओ विचारां दी आरंभता तो पहला करिए फतेह दी सांझ।
ਝੁਕਾਓ ਸਾਹਿਬਾਂ ਨੂੰ ਸੀਸ, ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਕੱਲ ਸਾਲ ਦੀ ਆਰੰਭਤਾ ਵੀ ਹੋਈ। ਸਾਲ ਤੇ ਬਦਲਦੇ ਰਹਿੰਦੇ ਨੇ, ਪਰ ਮਨ ਵੀ ਤੇ ਬਦਲੋ। ਮਨ ਉੱਥੇ ਦਾ ਉੱਥੇ ਹੀ ਹੈ। ਸਾਲ ਬਦਲ ਗਿਆ, ਗੁਰਪੁਰਬ ਫੇਰ ਦੁਬਾਰਾ ਆ ਜਾਂਦਾ ਹੈ, ਪਰ ਮਨ ਉੱਥੇ ਦਾ ਉੱਥੇ ਹੀ ਹੈ। ਸਤਿਗੁਰੂ ਕਹਿੰਦੇ ਉਦਣ ਸਾਲ ਬਦਲਿਆ ਮੰਨਿਆ ਜਾਏਗਾ ਜਿੱਦਣ ਤੇਰਾ ਮਨ ਬਦਲ ਗਿਆ। ਆਖੋ ਸਤਨਾਮ ਸ੍ਰੀ। ਤੇ ਮਨ ਉਦੋਂ ਬਦਲੇਗਾ, ਮਨ ਸਾਧੇ ਸਿੱਧ ਹੋਈ। ਅਚਰ ਚਰੇ ਤਾਂ ਸਿਧ ਹੋਈ, ਸਿੱਧੀ ਤੇ ਬੁੱਧ ਪਾਈ। ਪ੍ਰੇਮ ਕੇ ਸਰ ਲਾਗੇ ਤਨ ਭੀਤਰ, ਤਾਂ ਭਰਮ ਕਾਟਿਆ ਜਾਈ। ਕਹਿੰਦੇ ਜਦੋਂ ਭਰਮ ਅੰਦਰੋਂ ਕੱਟਿਆ ਗਿਆ ਫੇਰ ਮਨ ਬਦਲੇਗਾ। ਤੇ ਮਨ ਨੂੰ ਤੇ ਜਿੱਤਣ ਦੀ ਸਾਰੀ ਖੇਡ। ਇਹ ਜਿਹੜਾ ਪ੍ਰਕਾਸ਼ ਪੁਰਬ ਮਨਾ ਰਹੇ ਆ, ਦੇ ਪਿੱਛੇ ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਸਾਡਾ ਮਨ ਬਦਲ ਜਾਏ। ਕਿ ਪ੍ਰਕਾਸ਼ ਪੁਰਬ ਮਨਾ ਲਿਆ ਅਸੀਂ, ਨਮਸਕਾਰਾਂ ਵੀ ਕਰ ਦਿੱਤੀਆਂ, ਪਰ ਮਨ ਉੱਥੇ ਦਾ ਉੱਥੇ ਹੀ ਹੈ। ਪਰ ਦੂਸਰੇ ਪਾਸੇ ਵੇਖੋ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਗ ਲਿਓ। ਉਸ ਪਟਨੇ ਦੀ ਧਰਤੀ ਉੱਤੇ ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਮੈਂ ਅੱਗੇ ਵੀ ਬਹੁਤ ਵਾਰ ਬੇਨਤੀ ਕੀਤੀ ਕਿ 9 ਗੁਰੂਆਂ ਦਾ ਪ੍ਰਕਾਸ਼ ਪੰਜਾਬ ਦੀ ਧਰਤੀ ਉੱਤੇ ਹੈ। ਸਿਰਫ ਤੇ ਸਿਰਫ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪਟਨੇ ਦੀ ਧਰਤੀ ਉੱਤੇ ਹੈ। ਉਹਦੇ ਪਿੱਛੇ ਕਾਰਨ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਪਟਨੇ ਦੀ ਧਰਤੀ ਉੱਤੇ ਗਏ। ਉੱਥੋਂ ਦੇ ਸਾਲਸਰਾਏ ਜੌਹਰੀ ਨੂੰ ਮਿਲੇ, ਉਹਨੇ ਬੜੀ ਸੇਵਾ ਕਰਨੀ ਕੀਤੀ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਜੋਦੜੀ ਕੀਤੀ। ਚਰਨ ਫੜ ਲਏ, ਸੱਚੇ ਪਾਤਸ਼ਾਹ ਜਾਓ ਨਾ, ਇੱਥੇ ਹੀ ਰੁਕ ਜਾਓ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਰੂਪ ਦੇ ਵਿੱਚ ਕਿ ਨਹੀਂ, ਅਸੀਂ ਜਗਤ ਜਲੰਦੇ ਦਾ ਉਧਾਰ ਕਰਨ ਲਈ ਆਏ ਆ, ਇਸ ਲਈ ਸਾਡਾ ਜਾਣਾ ਬਣਦਾ ਹੈ। ਕਹਿੰਦੇ ਫਿਰ ਬੇਨਤੀ ਪ੍ਰਵਾਨ ਕਰੋ, ਦੱਸ ਕੇ ਜਾਓ ਕਦੋਂ ਆਓਗੇ ਵਾਪਸ। ਤੇ ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਨਾਨਕ ਸਾਹਿਬ ਜੀ ਦਾ ਰੂਪ ਜਿਹੜਾ ਹੈ, ਪਹਿਲੇ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕਰਤੇ ਸਨ। ਕਹਿੰਦੇ ਆਵਾਂਗੇ, ਤੇਰੇ ਨਾਲ ਬਚਨ ਰਿਹਾ, ਤੇਰੇ ਘਰ 'ਚ ਹੀ ਆਵਾਂਗੇ। ਲੰਮਾ ਸਮਾਂ ਖੇਡਾਂਗੇ, ਬੇਅੰਤ ਚੋਜ ਕਰਾਂਗੇ ਇੱਥੇ ਇਸੇ ਧਰਤੀ ਉੱਤੇ। ਤੇਰੇ ਨਾਲ ਬਚਨ ਰਿਹਾ, ਪਰ ਸਾਡਾ ਜਾਮਾ ਹੋਰ ਹੋਏਗਾ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੀਤੇ ਹੋਏ ਬਚਨਾਂ ਨੂੰ ਪੂਰਨ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1665 ਦੇ ਵਿੱਚ ਮਾਖੋਵਾਲ ਦੀ ਧਰਤੀ 2200 ਮੋਹਰਾਂ ਦੇ ਕੇ ਖਰੀਦੀ। ਉਸ ਤੋਂ ਉਪਰੰਤ ਇਥੋਂ ਚਾਲਾ ਪਾ ਦਿੱਤਾ ਬਨਾਰਸ ਦੇ ਧਰਤੀ ਨੂੰ, ਪਟਨਾ ਸਾਹਿਬ ਦੇ ਧਰਤੀ ਨੂੰ। ਸਤਿਗੁਰਾਂ ਨੇ ਪਟਨਾ ਸਾਹਿਬ ਦੀ ਧਰਤੀ ਉੱਤੇ ਆਪਣਾ ਪਰਿਵਾਰ ਟਿਕਾਇਆ। ਮਾਤਾ ਨਾਨਕੀ ਜੀ ਨੇ, ਮਾਮਾ ਕਿਰਪਾਲ ਚੰਦ ਜੀ ਨੇ, ਮਾਤਾ ਗੁਜਰ ਕੌਰ ਜੀ ਨੇ, ਭਾਈ ਮਤੀ ਦਾਸ ਹੈ, ਭਾਈ ਦਿਆਲ ਦਾਸ ਹੈ, ਹੋਰ ਬਹੁਤ ਸਾਰੇ ਗੁਰਸਿੱਖ ਨੇ। ਤੇ ਇਸ ਪਰਿਵਾਰ ਨੂੰ ਇੱਥੇ ਟਿਕਾਇਆ ਔਰ ਉਹਦੇ ਘਰ ਦੇ ਵਿੱਚ ਹੀ ਟਿਕਾਇਆ ਜਿਹੜਾ ਸਾਲਸਰਾਏ ਜੌਹਰੀ ਸੀ। ਉਹਦੇ ਘਰ ਦੇ ਵਿੱਚ ਪਰਿਵਾਰ ਨੂੰ ਟਿਕਾਉਣਾ ਕੀਤਾ। ਆਪ ਸਤਿਗੁਰੂ ਜੀ ਅਸਾਮ ਦੀ ਧਰਤੀ ਉੱਤੇ ਚਲੇ ਗਏ। ਉੱਥੇ ਰਾਜਾ ਚੱਕਰ ਧਵਜ ਅਹੋਮੀਆਂ ਦਾ ਰਾਜਾ ਸੀ। ਦੂਜੇ ਪਾਸੇ ਔਰੰਗਜ਼ੇਬ ਵੱਲੋਂ ਭੇਜਿਆ ਗਿਆ ਰਾਜਾ ਰਾਮ ਸਿੰਘ, ਰਾਜਾ ਜੈ ਸਿੰਘ ਮਿਰਜ਼ਾ ਦਾ ਪੁੱਤਰ। ਇਹਨਾਂ ਦੋਨਾਂ ਦੀ ਆਪਸੀ ਟੱਕਰ ਹੋਣੀ ਸੀ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਧਰਤੀ ਉੱਤੇ ਪਹੁੰਚੇ ਤੇ ਉਹਨਾਂ ਨੇ, ਦੋਨੋਂ ਰਾਜਿਆਂ ਨੇ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ ਲਿਆ ਤੇ ਗੁਰੂ ਤਕਰਾਰ ਮਿਟਾ ਕੇ ਪਿਆਰ ਪੈਦਾ ਕਰਨਾ ਹੈ। ਗੁਰੂ ਤਕਰਾਰ ਵਾਲੇ ਪਾਸੇ ਨਹੀਂ ਲੈ ਕੇ ਜਾਂਦਾ, ਗੁਰੂ ਪਿਆਰ ਵਾਲੇ ਪਾਸੇ ਲੈ ਕੇ ਜਾਂਦਾ ਹੈ। ਤੇ ਸਤਿਗੁਰਾਂ ਨੇ ਦੋਨੋਂ ਰਾਜਿਆਂ ਦੀ ਸੁਲਹ ਕਰਵਾਈ, ਹੱਦਬੰਦੀ ਬੰਨ ਦਿੱਤੀ ਕਿ ਇਧਰਲੇ ਪਾਸੇ ਇਹਨਾਂ ਦਾ ਰਾਜ ਹੋਏਗਾ, ਇਧਰਲੇ ਪਾਸੇ ਮੁਗਲ ਹਕੂਮਤ ਦਾ ਰਾਜ ਹੋਏਗਾ। ਸੁਲਹ ਹੋ ਗਈ, ਕਿੰਨਾ ਖੂਨ ਖਰਾਬਾ ਹੋਣ ਤੋਂ ਬਚ ਗਿਆ। ਤੇ ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਰਿਵਾਰ, ਮਾਤਾ ਗੁਜਰ ਕੌਰ ਜੀ
माता नानकी जी सारा परिवार इत्थे टिकिया होया पटने की धरती उत्ते। अज सतगुरां दा जिस वेले प्रकाश होया, वेखो वो अगम्मी रूह आ रही है जिस दे प्रथाए हुणे आपां शब्द सरवण कीता है। हेमकुंट पर्वत है जहां सपत श्रृंग शोभत है, तां सपत श्रृंग तै नाम कहावा, पंड राज जय जोग कमावा। तह हम अधिक तपस्या साधी, महाकाल काल का अराधी। फिर उहदे विच ही अगे बचन आउंदे ने कि हुण मैं अपनी कथा वखियान कर रहा हां। मैं अपना सुत तोहे नवाजा, पंथ प्रचुर करवे तो साजा। जहां तहां तुम धर्म चलावो, दुष्ट दोखियां पकड़ पछारो। हुण आ जिहड़े बचन ने ना, अज मैनू माफ करना, साडे प्रचारक दसम ग्रंथ तो इनकारी हुई जा रहे हैं। बहुत वडमुला इतिहास साडा दसम ग्रंथ विच ही है, पर पढ़ना औखा है, मेहनत करनी पैंदी ते मेहनत करके राजी ने। असीं ते बणियां बनाइयां भालदे हां कि बस सुणियां सुणाइयां मिले जाण, बस ठीक है। पर मेहनत करन लई चरनां विच समर्पित होना पैना है। ते ओ दसम ग्रंथ दे विच किन्ना वडमुला इतिहास है साडा। भंगाणी दे युद्ध दा सारा ही जिहड़ा उल्लेखन है वो दसम ग्रंथ दे विच। गुरु गोबिंद सिंह सच्चे पातशाह महाराज जी ने बचित्र नाटक दे विच अपनी सारी कथा वखियान करके दस दिती। इन्ना ही नहीं, अकाल उस्तत बाणी जफरनामा भी, जिस विच चमकौर दी गढ़ी दा जिक्र है, जिस विच औरंगजेब बादशाह वालों कीते हुए जुल्मां दा जिक्र है, जिस विच साहिबजादियां दी शहादत दा जिक्र है, वो भी जफरनामे दे विच। और जफरनामा फिर दसम ग्रंथ च। असीं तो सिर्फ एक छोटा जिहा पक्ष त्रिया चरित्र दा लैके चल पैने आ कि नहीं जी आ भी नहीं होना चाहिए, आ भी नहीं होना चाहिए, ये गलत है। प्यारिओ, दसम ग्रंथ दे विच जिन्ना इतिहास है ना, 24 अवतारां दी कथा किसे ग्रंथ विच, एक ग्रंथ विच नहीं मिलदी। हिंदू धर्म दे 24 अवतार जिहड़े ने उन्हां दी कथा दे 24 ग्रंथ होणगे, पर इत्थे दसम ग्रंथ विच। और वो सारी कथा वखियान करके फिर एक अगों वचन की कीता, जो हमको समेत इन्हां दे, जो हमको परमेश्वर उचर है, ते सब नरक कुंट में पर है। ये गुरु गोबिंद सिंह सच्चे पातशाह महाराज जी की देन है। हुण ऐसी खेड वरती, कहंदे जिस वेले सतगुरां दा प्रकाश होया, एक बार पढ़ लो सारे, वाहो वाहो गोबिंद सिंह जी, वाहो वाहो गोबिंद सिंह जी। आपे गुर चलाया, आपे गुर चला, वाहो वाहो गोबिंद सिंह जी, वाहो वाहो गोबिंद सिंह जी। और वेखो प्यारियो, कैसिया खेड़ा गुरु गोबिंद सिंह महाराज जी के जीवन दियां। आ हुणे साडे वीर दस के गए कि साल की संपूर्णताई सतगुरां दे परिवार की कुर्बानी नाल हुंदी है, ते साल की आरंभता सतगुरां दे प्रकाश नाल हुंदी है। पर जदों गौर नाल इतिहास नूं पढ़ोगे ते गुरु गोबिंद सिंह सच्चे पातशाह महाराज जी का प्रकाश जिहड़ा वो 22 दसंबर दा है। 22 दसंबर पोह सुदी सप्तमी, और 22 दसंबर का ही शहीदी दिहाड़ा है वड्डे साहिबजादे दा। 22 का एक अपना वखरा इतिहास है। गुरु नानक साहब महाराज जी तो गुरु गोबिंद सिंह जी तक 22 साहिबजादे हुए, जिन्हां विचों 5 साहिबजादे ऐसे जिन्हां गुरता गद्दी प्राप्त हुई, 4 साहिबजादे ऐसे जिन्हां दी करनी नूं मुख रख के आपां रोज अरदास विच उन्हां नूं याद करदे हां। 22 साहिबजादे। गुरु ग्रंथ साहिब सच्चे पातशाह महाराज जी की पावन बाणी पढ़ो तो 22-12 ने गुरु ग्रंथ साहिब जी महाराज जी की बाणी अंदर। इन्ना ही नहीं,
ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਤੇ 22 ਸਾਲ ਵਿਰਾਜਮਾਨ ਰਹੇ, 1552 ਤੋਂ 1574 ਤੱਕ। ਅੱਗੇ ਚਲੋ, ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਪ੍ਰਚਾਰ ਲਈ ਥਾਪੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਿਲ ਮਾਤਾ ਗੰਗਾ ਜੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਤੋਂ 22 ਸਾਲ ਬਾਅਦ ਸਰੀਰਕ ਜਾਮਾਂ ਤੇ ਆ ਗਿਆ। 1606 ਦੇ ਵਿੱਚ ਸ਼ਹਾਦਤ ਹੋਈ ਹੈ ਤੇ 1628 ਦੇ ਵਿੱਚ ਮਾਤਾ ਗੰਗਾ ਜੀ ਸਰੀਰਕ ਜਾਮਾਂ ਤੇ ਆਖਦੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 22 ਧਾਰ ਦੇ ਪਹਾੜੀ ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਤੋਂ ਛੁਡਾਇਆ। ਫਿਰ ਗੁਰੂ ਹਰਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 2200 ਘੋੜ ਸਵਾਰ ਰੱਖੇ ਫੌਜ ਦੇ ਵਿੱਚ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪ੍ਰਗਟ ਹੋਣ ਸਮੇਂ ਬਕਾਲੇ ਦੀ ਧਰਤੀ ਉੱਤੇ 22 ਮੰਜੀਆਂ ਲੱਗੀਆਂ। ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਤੇ ਉਸ ਘੇਰਾ ਪਾਉਣ ਵਾਲਿਆਂ ਵਿੱਚ 22 ਧਾਰ ਦੇ ਉਹੀ ਪਹਾੜੀ ਰਾਜੇ ਨੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ 'ਚ ਛਡਾਇਆ ਸੀ, ਅਕਿਰਤ ਘਣ ਹੋ ਗਏ। ਕੈਸੀ ਖੇਡ ਹੈ। ਔਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਜਿਹੜਾ ਨਾ 1633 ਦੇ ਵਿੱਚ ਕਰਤਾਰਪੁਰ ਦੀ ਧਰਤੀ ਉੱਤੇ ਮਾਤਾ ਗੁਜਰ ਕੌਰ ਜੀ ਨਾਲ ਹੋਇਆ ਤੇ 33 ਸਾਲ ਬਾਅਦ ਅੱਜ ਪ੍ਰਕਾਸ਼ ਹੋਇਆ ਸਾਹਿਬਜ਼ਾਦੇ ਦਾ 1666 ਦੇ ਵਿੱਚ। ਔਰ ਕੈਸੀ ਖੇਡ ਹੈ, ਕੈਸਾ ਸੁਮੇਲ ਹੈ। 1666 ਤੋਂ 1699 ਤੱਕ ਫਿਰ 33 ਸਾਲ ਨੇ ਖਾਲਸਾ ਸਾਜਿਆ। 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ ਤੇ 1675 ਤੋਂ 1708 ਤੱਕ ਫਿਰ ਗੁਰਤਾ ਗੱਦੀ ਤੇ ਕਿੰਨੇ ਸਾਲ ਵਿਰਾਜਮਾਨ ਰਹੇ? 33 ਸਾਲ। 1671 ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਪਟਨੇ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਆਏ ਔਰ 1704 ਵਿੱਚ ਆਨੰਦ ਦੀ ਪੂਰੇ ਨੂੰ ਛੱਡਿਆ। ਫਿਰ 33 ਸਾਲ, ਭਾਵੇਂ ਕਿ ਵਿੱਚੋਂ 2-3 ਸਾਲ ਪੌਂਟਾ ਸਾਹਿਬ ਦੀ ਧਰਤੀ ਵੱਲ ਰਹੇ ਸਤਿਗੁਰੂ ਜੀ ਜਾ ਕੇ, ਪਰ ਚਰਨ ਪਾਇਆ ਨੂੰ ਫਿਰ 33 ਸਾਲ ਹੋ ਗਏ। ਅੱਜ ਸਤਿਗੁਰਾਂ ਦਾ ਪ੍ਰਕਾਸ਼ ਹੋ ਰਿਹਾ ਔਰ ਜਿਹੜੀ ਬਾਣੀ ਪੜ੍ਹਦੇ ਆ, ਸਭ ਤੋਂ ਸ੍ਰੇਸ਼ਟ ਬਾਣੀ ਵੈਸੇ ਤੇ ਗੁਰੂ ਦਾ ਇੱਕ ਇੱਕ ਬਚਨ ਹੀ ਸ੍ਰੇਸ਼ਟ ਹੈ। 33 ਸਵਈਏ ਬਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆਪਾਂ ਪੜ੍ਹਦੇ ਆ। ਕਿੰਨਾ ਉਹਦੇ ਵਿੱਚ ਭਰਮ ਜਾਲ ਕੱਟ ਕੇ ਰੱਖ ਦਿੱਤਾ, ਵਹਿਮ ਭਰਮ ਦੂਰ ਕਰਕੇ ਰੱਖ ਦਿੱਤੇ। ਅੱਜ ਸਤਿਗੁਰਾਂ ਦਾ ਪ੍ਰਕਾਸ਼ ਪਟਨੇ ਦੀ ਧਰਤੀ ਉੱਤੇ ਹੋ ਰਿਹਾ ਹੈ। ਜਿਸ ਵੇਲੇ ਪ੍ਰਕਾਸ਼ ਹੋਇਆ ਦਾਈ ਪੇੜੀ ਬਾਈ, ਦਾਈ ਲਾਡੋ, ਉਹਨਾਂ ਨੂੰ ਪਹਿਲੀ ਸ਼ੋਅ ਮਿਲੀ, ਉਹ ਆਨੰਦ ਨਾਲ ਝੂਮਣ ਲੱਗ ਪਈਆਂ, ਉਹ ਰਸ ਨਾਲ ਭਰਪੂਰ ਹੋ ਗਈਆਂ। ਉਹਨਾਂ ਦੇ ਅੰਦਰੋਂ ਤੇਜ ਝੱਲਿਆ ਨਾ ਜਾਏ, ਸ਼ੋਅ ਸਤਿਗੁਰਾਂ ਦੀ ਐਸੀ ਮਿਲੀ ਤੇ ਇਹ ਪ੍ਰਕਾਸ਼ ਦਾ ਪਹਿਲਾ ਕਿਨਕਾ ਜਿਹੜਾ ਉਹ ਸਿੱਧਾ ਠਸਕੇ ਨਗਰ ਪੰਜਾਬ ਦੀ ਧਰਤੀ ਉੱਤੇ ਇੱਕ ਮੁਸਲਮਾਨ ਪੀਰ ਸੈਯਦ ਭੀਖਣ ਸ਼ਾਹ, ਬੜੇ ਉੱਚੇ ਰੁਤਬੇ ਵਾਲਾ ਸੀ ਇਹ ਪੀਰ। ਇਹਦੇ ਕੋਲ ਚੇਲੇ ਬੜੇ ਰਹਿੰਦੇ ਸਨ, ਸੇਵਕ ਬੜੇ ਰਹਿੰਦੇ ਸਨ, ਜਿਹੜੇ ਇਸਲਾਮ ਧਰਮ ਦੀ ਵਿਦਿਆ ਲੈਣ ਆਏ ਸਨ ਇਹਦੇ ਕੋਲ ਤੇ ਆਪਣੇ ਸੇਵਕਾਂ ਨਾਲ, ਆਪਣੇ ਚੇਲਿਆਂ ਨਾਲ ਰਹਿੰਦੇ। ਅੱਜ ਜਦੋਂ ਅੰਮ੍ਰਿਤ ਵੇਲੇ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਨਾ, ਤੇ ਪ੍ਰਕਾਸ਼ ਸਮੇਂ ਹੁਣ ਪਹਿਲੀ ਨਮਾਜ਼ ਅਦਾ ਕਰਨੀ ਹੈ ਇਹਨੇ, ਕਿਉਂਕਿ ਮੁਸਲਮਾਨ ਦੇ ਲਈ ਹੁਕਮ ਹੈ 5 ਨਮਾਜ਼ਾਂ ਦਾ। ਔਰ ਪਹਿਲੀ ਨਮਾਜ਼ ਅੰਮ੍ਰਿਤ ਵੇਲੇ ਦੀ ਇਹਨੇ ਅਦਾ ਕਰਨ ਲਈ ਉੱਠਿਆ। ਸਾਰੇ ਸੇਵਕ ਇਹਦੇ ਉੱਠ ਪਏ। ਸਾਰੇ ਸੇਵਕ ਜਿੱਧਰਲੇ ਪਾਸੇ ਸੂਰਜ ਛਿਪਦਾ ਉਧਰ ਨੂੰ ਮੁਖ ਕਰ ਲਿਆ ਤੇ ਅੱਜ ਅੰਮ੍ਰਿਤ ਵੇਲੇ ਤੋਂ ਇਹਦਾ ਸੀਸ ਧਰਤੀ ਤੋਂ ਉੱਠੇ ਨਾ, ਬਾਰ-ਬਾਰ ਨਮਸਕਾਰਾਂ ਕਰੇ ਚੜ੍ਹਦੇ ਵਾਲੇ ਪਾਸੇ ਨੂੰ ਮੁਖ ਰੱਖ ਕੇ। ਅੱਜ ਨਮਾਜ਼ ਅਦਾ ਹੋਣ ਲੱਗੀ, ਨਮਾਜ਼ ਅਦਾ ਕਰਨ ਲੱਗ ਪਿਆ ਇਹ ਸੈਯਦ ਭੀਖਣ ਸ਼ਾਹ। ਸਾਰਿਆਂ ਨੇ ਨਮਾਜ਼, ਕਿਉਂਕਿ ਪੱਛਮ ਅੱਲਾ ਮੁਕੰਮ, ਪਾਵਨ ਬਾਣੀ ਕਹਿੰਦੀ ਕਿ ਜਿਹੜੀ ਇਸਲਾਮ ਧਰਮ ਦੀ ਮਨੌਤ ਹੈ ਉਹ ਪੱਛਮ ਵਾਲੇ ਪਾਸੇ ਅੱਲਾ ਦਾ ਮੁਕਾਮ ਦੱਸਦੇ ਨੇ। ਮੱਕਾ ਸ਼ਰੀਫ ਪੱਛਮ ਵਾਲੇ ਪਾਸੇ ਹੈ, ਉਧਰ ਨੂੰ ਮੁਖ ਕਰਕੇ ਉਹ ਨਮਾਜ਼ ਅਦਾ ਕਰਦੇ ਨੇ। ਉਹਨਾਂ ਨੂੰ ਇਹ ਹੁਕਮ ਹੈ ਸ਼ਰਅ ਦਾ।
पर कमाल हो गई, अज गुरु गोबिंद सिंह सच्चे पातशाह महाराज जी का प्रकाश होया ते पहली जिहड़ी नमाज अदा कर लई सैयद भीखन शाह सावधान हो गए, इन्हें अपना मुख लहंगे की जगह चढ़ते वाले पासे कर लिया। और जदों मुख कर लिया नमाज अदा होने लग पई, सारे इहदे चेले सारे इहदे सेवक देख के हैरान कि अज साडे पीर नूं होया की। सच बात है, लोकां लई ओह बुरा ही हो जाता है जिहड़ा गुरु चरनां च प्रवान हो जाए। लोग कहे कबीर बोराना, कबीर का मर्म राम पहचाना। ओ जिस नूं समर्पित होया सैयद भीखन शाह ओदी रमज नूं ओ जानदा है। और अमृत वेले नमाज अदा की, सारे जिन्ने इहदे सेवक सन सारियां ने घेरा पा लिया। कहंदे अज तुसीं शरा तो उल्ट कारज कीता है, अज तुसीं मर्यादा तोड़नी कीती है, किरपा करो दसना करो ये गुनाह क्यों कीता। शरा तो उल्ट तुसीं नमाज चढ़दे वाले पासे नूं क्यों अदा कीती। सैयद भीखन शाह अपने सेवकां नूं आखण लगा, कहंदा ये दसो आपां लहिंदे वाले पासे नूं नमाज क्यों अदा करदे हैं। सारे सेवक कहंदे जी हजरत मुहम्मद साहब दा हुक्म है सानू कि इधर अल्लाह दा घर है मक्का शरीफ, मक्का शरीफ अल्लाह दा घर पश्चिम वाले पासे होने करके असी सारे नमाज अपनी इधरले पासे नूं अदा करदे हैं। ते अगों भीखन शाह प्रेम विच भिज के आखण लगा, कहंदे इधर घर है, मनदे हो ना इधर घर है अल्लाह दा, कहंदे इधर घर दा मालक आ गया। कहंदे जदों घर दा मालक आ गया मैं दसो घर नूं सलाम करां जां घर दे मालक नूं सलाम करां। अल्लाह दा रूप कहंदे इधरले पासे अज आ गया, इस लई हुण मैनूं घर दी लोड़ नहीं, मैनूं घर दे मालक दी लोड़ है। आखो सतनाम श्री, मैनूं घर दा मालक चाहीदा। हुण चेले तर्कवादी भी सन, जिवें अज दे ने साडे प्रचारक तर्क इन्ना करी जाते हैं, यह भी नहीं हो सकता, यह भी नहीं हो सकता, यह भी नहीं हो सकता, बस एको ही रट फड़ी, यह भी नहीं, यह भी नहीं, यह भी नहीं। पुछो भरियो जन्म का लिया, तुसीं भी नहीं चाहिए, तुसीं काहनूं जम्मे संसार दे विच, तुसीं कौम दा बेड़ा गर्क करके रख दिता, तुसीं भी अपने ते भी तर्क लाओ कि असीं काहतों जम्मे, इसे करके जम्मे कि तोड़न लई आईए। हुण तर्कवादी जिहड़े सेवक सन कहंदे जी इदां नहीं मनदे, असीं सानू प्रतख दिखाओ, कोई प्रमाण दिओ कि इधर अल्लाह दा रूप आ चुकिया, अल्लाह दा नूर प्रगट होया। कहंदे आ ते बहुत उत्तम खेड है, ये ते बहुत सोहनी विचार है। तुहाडी तर्क जिहड़े फर्क पा रही है, वो तर्क नूं मिटाउण लई आ हुण जाना पएगा। और कहंदे मेरे उत्तम भाग ने तुहाडे तर्क करके मैं भी दीदार कर लवांगा उन्हां दे। हुण कई ते तर्क करके फर्क पा बैठदे ने, पर कईयां दे अंदर जदों तर्क आउंदा ना उन्ना ही गंढ होर जोड़ लैंदे ने गुरु नाल। नहीं सच्चे पातशाह इह कहिंदा कही जाए, पर मेरा नितनेम ना घट जाए, मेरी तुहाडे चरनां नालों प्रीत ना घट जाए, मेरा सिमरन ना घट जाए, मेरा सहज पढ़ना बंद हो जाए। मेरे उत्ते किरपा रखियो, इहदे बोल मेरे उत्ते प्रभाव ना पाउण, सगों मेरे बोल इन्हां ते प्रभाव पा देण, तुसीं ऐसी बरकत पाओ। हुण फकीर साईं रब दा रूप कहंदे चलो फिर आपां भरम जाल काढ ही दईए। अज आपां सारी रल के चलदे आ, उत्थे दीदार करांगे ते दीदार करके ये भरम जाल कढ दिता जाएगा। हुण अंदर एक तांग लैके सिमरन अभ्यास करदियां, अल्लाह दा नाम जपदियां, सारा पैंडा तय किता, पैंडा तय करदे उपरंत हुण कहंदे सैयद भीखन शाह पटने की धरती उत्ते पहुंच गया। और जिस वेले पटने की धरती उत्ते पहुंचा, हले शहर च प्रवेश किया। धन सो देश जहां तू वसिया मेरे सज्जन मीत मुरारे जीओ। ओ धन है देश, ओ नगर धन है जिथे तुसी चरण पाए ने। उन्हें नगर विच प्रवेश करदियां पहले ही नमस्कार कीती कि मैं उस नगर विच आया जिस नगर विच मेरे मालिक दे चरण पए ने, मेरे मालिक दा प्रकाश होया, मेरे मालिक दा दीदारा होने जिस नगर विच उन्हें चरण फड़ ले, उत्थे नमस्कार कीती धरती नूं। कदे साडे अंदर ये भावना आ जाए
ਅਸੀਂ ਵੀ ਗੁਰੂ ਦੀ ਨਗਰੀ ਵਿੱਚ ਜਾਈਏ ਤੇ ਪ੍ਰਵੇਸ਼ ਹੁੰਦੇ ਸਾਰ ਕਿਤੇ ਸਾਡਾ ਸੀਸ ਝੁਕ ਜਾਏ। ਸੱਚੇ ਪਾਤਸ਼ਾਹ ਤੁਹਾਡੀ ਰਹਿਮਤ ਹੋਈ ਹੈ। ਹੁਣ ਐਸੀ ਖੇਡ ਵਰਤੀ, ਕਹਿੰਦੇ ਐਸੀ ਰਹਿਮਤ ਵਰਤੀ। ਹੁਣ ਅੰਦਰ ਗਿਆ ਨਗਰ ਦੇ, ਜਿਸ ਵੇਲੇ ਨਗਰ ਦੇ ਅੰਦਰ ਪ੍ਰਵੇਸ਼ ਕੀਤਾ, ਪੁੱਛਣ ਲੱਗ ਪਿਆ, ਕਹਿੰਦੇ ਕੋਈ ਇੱਥੇ ਸਾਹਿਬਜ਼ਾਦਾ, ਕੋਈ ਇੱਥੇ ਅੱਲਾ ਦਾ ਰੂਪ ਪ੍ਰਗਟ ਹੋਇਆ, ਅਸੀਂ ਉਹਦੇ ਦੀਦਾਰ ਕਰਨ ਲਈ ਆਏ ਨੇ, ਦੱਸੋ ਕਿੱਧਰ ਹੈ? ਕਹਿੰਦੇ ਕਿਹਨਾਂ ਦੀ ਗੱਲ ਕਰ ਰਹੇ ਹੋ? ਹੁਣ ਦੱਸਣ ਵਾਲਿਆਂ ਨੇ ਦੱਸ ਦਿੱਤਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਮੇਰੇ ਅੰਦਰ ਤਾਂਘ ਹੈ, ਇੱਛਾ ਹੈ, ਹੁਣ ਮੈਨੂੰ ਸਿਰਫ ਇੱਕੋ ਹੀ ਪਿਆਸ ਹੈ, ਇੱਕੋ ਹੀ ਭੁੱਖ ਹੈ ਉਹਦੇ ਦਰਸ਼ਨਾਂ ਦੀ। ਜਦੋਂ ਨਗਰ 'ਚ ਪ੍ਰਵੇਸ਼ ਕਰਨ ਲੱਗੇ ਨਾ, ਪ੍ਰਣ ਦੇਖੋ ਕਿੰਨਾ ਨਿਰਾਲਾ ਲਿਆ। ਇੱਕ ਮੁਸਲਮਾਨ ਫਕੀਰ ਨੇ ਪ੍ਰਣ ਲਿਆ, ਕਿਤੇ ਸਾਡਾ ਸੁੱਤੇ ਉੱਠਦਿਆਂ ਇਹ ਪ੍ਰਣ ਹੋ ਜਾਏ। ਸੱਚੇ ਪਾਤਸ਼ਾਹ, ਜਿੰਨਾ ਚਿਰ ਮੈਂ ਬਾਣੀ ਨਹੀਂ ਪੜ੍ਹ ਲੈਂਦਾ, ਜਿੰਨਾ ਚਿਰ ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦੀਦਾਰ ਨਹੀਂ ਕਰ ਲੈਂਦਾ, ਜਿੰਨਾ ਚਿਰ ਮੈਂ ਸਿਮਰਨ ਨਹੀਂ ਕਰ ਲੈਂਦਾ, ਉਹਨਾਂ ਚਿਰ ਮੈਂ ਪਾਣੀ ਦਾ ਘੁੱਟ ਵੀ ਆਪਣੇ ਅੰਦਰ ਨਹੀਂ ਲੰਘਾਉਣਾ। ਹੁਣ ਇਹ ਮੁਸਲਮਾਨ ਫਕੀਰ ਹੈ, ਇਹਨੇ ਪ੍ਰਣ ਕੀਤਾ। ਪ੍ਰਣ ਕਰਕੇ ਆਖਣ ਲੱਗਾ, ਕਹਿੰਦਾ ਹੈ ਅੱਲਾਹ ਤਾਲਾ, ਤੁਹਾਡਾ ਵਾਸਤਾ ਹੀ ਮੈਂ ਤੁਹਾਨੂੰ ਹਾਜ਼ਰ ਨਾਜ਼ਰ ਜਾਣ ਕੇ ਪ੍ਰਣ ਕਰਦਾ, ਜਿੰਨਾ ਚਿਰ ਮੈਨੂੰ ਇਸ ਅੱਲਾ ਦੇ ਨੂਰ ਦੇ ਦੀਦਾਰ ਨਹੀਂ ਨਾ ਹੁੰਦੇ, ਨਾ ਮੈਂ ਕੁਝ ਖਾਵਾਂਗਾ ਤੇ ਨਾ ਮੈਂ ਕੁਝ ਪੀਵਾਂਗਾ, ਅੰਨ ਪਾਣੀ ਬਿਲਕੁਲ ਗ੍ਰਹਿਣ ਨਹੀਂ ਕਰਾਂਗਾ, ਜਿੰਨਾ ਚਿਰ ਦੀਦਾਰ ਨਹੀਂ ਹੁੰਦੇ, ਦਰਸ਼ਨ ਨਹੀਂ ਹੁੰਦੇ ਜਿੰਨਾ ਚਿਰ। ਤੇ ਅੰਦਰੋਂ ਗਾ ਰਿਹਾ ਇੱਕ ਵਾਰ ਝੂਮ ਝੂਮ ਕੇ, ਦੇਖ ਜੀਵਾ, ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ, ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ। ਪਿਆਰਿਓ, ਬਾਣੀ ਪੜ੍ਹਦਿਆਂ ਜਿੰਨਾ ਉੱਚੀ ਬੋਲੋਗੇ ਓਨਾ ਹੀ ਮਨ ਜਿੱਤਿਆ ਜਾਏਗਾ, ਕਿਉਂਕਿ ਬਾਣੀ ਜਿੰਨੀ ਉੱਚੀ ਪੜ੍ਹੀ ਜਾਏਗੀ ਓਨੀ ਤੁਹਾਨੂੰ ਮਨ ਦੇ ਉੱਤੇ ਅਸਰ ਕਰੇਗੀ। ਦੇਖ ਜੀਵਾ, ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ, ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ, ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ ਗੁਰ ਤੇਰਾ। ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਦੇਖ ਜੀਵਾ, ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ, ਦੇਖ ਜੀਵਾ, ਦੇਖ ਜੀਵਾ ਗੁਰ ਤੇਰਾ ਦਰਸ਼ਨ, ਦੇਖ ਜੀਵਾ। ਹੁਣ ਐਸੀ ਖੇਡ ਵਰਤੀ, ਨਗਰ 'ਚ ਪ੍ਰਵੇਸ਼ ਕਰ ਲਿਆ। ਚੇਲੇ ਸੇਵਕ ਡਰ ਗਏ, ਕਹਿੰਦੇ ਪੀਰ ਜੀ ਆ ਕਿਹੋ ਜਿਹਾ ਪ੍ਰਣ ਲੈ ਲਿਆ, ਸਾਨੂੰ ਵੀ ਭੁੱਖੇ ਮਾਰੋਗੇ, ਪਿਆਸੇ ਮਾਰੋਗੇ। ਪੀਰ ਨੇ ਆਖਿਆ, ਕਹਿੰਦੇ ਤੁਹਾਡੇ ਤੇ ਇਹ ਸ਼ਰ੍ਹਾ ਲਾਗੂ ਨਹੀਂ ਹੁੰਦੀ, ਇਹ ਮੇਰੇ ਪਿਆਰ ਦੀ ਅਕੀਦਤ ਹੈ, ਇਹ ਮੇਰਾ ਪਿਆਰ ਹੈ ਆਪਣੇ ਮੁਰਸ਼ਦ ਨੂੰ, ਤੇ ਮੈਂ ਇਸ ਬੰਧਨ ਵਿੱਚ ਆਪਣੇ ਆਪ ਨੂੰ ਬੰਨ੍ਹਣਾ, ਤੁਹਾਡੇ ਉੱਤੇ ਇਹ ਬੰਦਸ਼ੀ ਨਹੀਂ ਹੋਵੇਗੀ, ਤੁਸੀਂ ਜੋ ਮਰਜ਼ੀ ਖਾ ਪੀ ਸਕਦੇ ਹੋ, ਤੁਹਾਨੂੰ ਪੂਰੀ ਖੁੱਲ੍ਹ ਹੈ। ਉਹ ਖੁਸ਼ ਹੋ ਗਏ ਸੇਵਕ, ਕਹਿੰਦੇ ਸ਼ੁਕਰ ਹੈ, ਇੱਕ ਤੇ ਕਾਫਰਾਂ ਦੇ ਨਗਰ ਵਿੱਚ ਲੈ ਆਏ ਨੇ, ਉਤੋਂ ਇਹਨਾਂ ਦੇ ਅੰਦਰ ਪਤਾ ਨਹੀਂ ਕਿਹੋ ਜਿਹੇ ਭਰਮ ਜਾਲ ਨੇ, ਤੇ ਅਕੀਦਤ ਐਸੀ ਲੈ ਲਈ, ਨਾ ਕੁਝ ਖਾਣਾ ਨਾ ਕੁਝ ਪੀਣਾ। ਹੁਣ ਪਤਾ ਕਰਦਿਆਂ ਕਰਦਿਆਂ ਉਸ ਘਰ ਦੀ ਦਹਲੀਜ਼ ਤੇ ਪਹੁੰਚ ਗਏ, ਤੇ ਘਰ ਦੀ ਦਹਲੀਜ਼ ਤੇ ਪਹੁੰਚ ਕੇ ਅੰਦਰੋਂ ਆਵਾਜ਼ ਦਿੱਤੀ ਹੈ ਕਿ ਦੀਦਾਰ ਕਰਵਾਓ। गुरु नानक दा दर ऐसा है, कबीर जह दर आवत जाते हो हटके नाही कोई, सो दर कैसे छोड़िए जो दर ऐसा होए। हुण ऐसी खेड वरती, कहंदे दीदारां दी तलब है अंदर माता नानकी जी ने, ते माता नानकी जी ने बाहर निगाह मारी कि एक मुसलमान फकीर आया, ओदे नाल कई ओदे सेवक ने, ते उस वेले थोड़ा जिहा यह भी सी कि किते कोई नुकसान करन ना भेजिया होवे सरकार वालों मुसलमान फकीर नूं, हाले उस ते भरोसा नहीं। ते माता नानकी जी ने आखना कीता, कहंदे पुत कृपाल चंद, हुण कृपाल चंद जिहड़े ने वो माता गुजर कौर जी दे भरा ने रिश्ते विच,
दो भरा ने माता गुजर कौर जी ने ते कृपाल चंद जी नाल ही रहे, ਜਿਹੜੇ दूसरे भरा सन करतारपुर नगर ਵਿੱਚ ਹੀ ਜ਼ਿਆਦਾ ਰਹੇ। ਹੁਣ ਕਹਿੰਦੇ ਐਸੀ ਖੇਡ ਵਰਤੀ ਮਾਤਾ ਨਾਨਕੀ ਜੀ ਨੇ ਆਖਣਾ ਕਿਦਾ ਪੁੱਤਰ ਕਿਰਪਾਲ ਚੰਦ ਉਹ ਬਾਹਰ ਸਾਹਮਣੇ ਇੱਕ ਮੁਸਲਮਾਨ ਫਕੀਰ ਅਲਖ ਜਗਾ ਰਿਹਾ, ਜਾਓ ਵਧਾਈ ਸਾਰਿਆਂ ਨੂੰ ਦਿੱਤੀ ਗਈ ਹੈ ਤੇ ਉਹਨੂੰ ਵੀ ਜੋ ਉਹਨੂੰ ਚਾਹੀਦਾ ਉਹਦੀ ਝੋਲੀ ਵਿੱਚ ਪਾ ਦਿੱਤਾ ਜਾਏ, ਉਹ ਅੰਨ ਵਸਤਰ ਜੋ ਵੀ ਮੰਗੇ ਉਹਨੂੰ ਉਹ ਦੇ ਦਿੱਤਾ ਜਾਏਗਾ। ਹੁਣ ਮਾਮਾ ਕਿਰਪਾਲ ਚੰਦ ਜੀ ਗਏ ਤੇ ਜਾ ਕੇ ਉਸ ਮੁਸਲਮਾਨ ਫਕੀਰ ਨੂੰ ਨਮਸਕਾਰ ਕਰਨੀ ਕੀਤੀ, ਅਦਬ ਸਤਕਾਰ ਕੀਤਾ। ਵੀਰ ਜੀ ਦੱਸੋ ਕੀ ਸੇਵਾ ਕਰੀਏ, ਕਿਹੜੀ ਸੇਵਾ ਕਰੀਏ ਅਸੀਂ, ਕਿਰਪਾ ਕਰੋ ਸਾਨੂੰ ਦੱਸਣਾ ਕਰੋ। ਤੇ ਅੱਗੋਂ ਹੁਣ ਦੇਖੋ ਉਹ ਮੁਸਲਮਾਨ ਫਕੀਰ ਦੀ ਭਾਵਨਾ ਕੈਸੀ ਹੈ। ਉਹਨੇ ਜਦੋਂ ਸੇਵਾ ਸ਼ਬਦ ਸੁਣਿਆ ਕਹਿੰਦਾ ਸੇਵਾ ਤੇ ਮੈਂ ਕਰਨ ਆਇਆ, ਤੁਹਾਡੇ ਕੋਲੋਂ ਨਹੀਂ, ਸੇਵਾ ਤੇ ਮੈਂ ਆਪਣੇ ਭਾਗਾਂ ਵਿੱਚ ਉੱਤਮ ਸਮਝਾਂਗਾ ਜੇ ਮੈਨੂੰ ਮਿਲ ਜਾਏ, ਜੇ ਮੇਰੀ ਝੋਲੀ ਵਿੱਚ ਸੇਵਾ ਦੀ ਦਾਤ ਪੈ ਜਾਏ, ਮੈਂ ਸੇਵਾ ਇੰਨੀ ਦੂਰੋਂ ਕਰਨ ਲਈ ਆਇਆ। ਤੇ ਮਾਮਾ ਕਿਰਪਾਲ ਚੰਦ ਜੀ ਆਖਣ ਲੱਗੇ ਕਹਿੰਦੇ ਸਮਝੇ ਨਹੀਂ ਅਸੀਂ ਕੁਝ, ਤੇ ਸੇਵਾ ਦੱਸੋ ਕੀ ਛਕਣਾ ਹੈ, ਭੋਜਨ ਤਿਆਰ ਕਰਵਾਈਏ, ਜਲਪਾਨ ਕਰਵਾਈਏ, ਦੁੱਧ ਦਾ ਪ੍ਰਬੰਧ ਕਰੀਏ, ਦੱਸੋ ਕੀ ਛਕੋਗੇ। ਕਹਿੰਦੇ ਜੀ ਜਦੋਂ ਮੈਂ ਇਸ ਸ਼ਹਿਰ ਵਿੱਚ ਪ੍ਰਵੇਸ਼ ਕੀਤਾ ਸੀ ਨਾ, ਬਸ ਇੱਕ ਦੀਦਾਰਾਂ ਦੀ ਤਾਂਗ ਤਲਬ ਲੈ ਕੇ ਆਇਆ ਹਾਂ, ਇੱਛਾ ਲੈ ਕੇ ਆਇਆ ਕਿ ਜਿੰਨਾ ਚਿਰ ਸਾਹਿਬਜ਼ਾਦੇ ਦੇ ਦੀਦਾਰ ਨਹੀਂ ਨਾ ਹੁੰਦੇ ਉਹਨਾਂ ਚਿਰ ਨਾ ਕੁਝ ਖਾਵਾਂਗਾ ਤੇ ਨਾ ਕੁਝ ਪੀਵਾਂਗਾ। ਮਾਮਾ ਕਿਰਪਾਲ ਚੰਦ ਜੀ ਆਖਣ ਲੱਗੇ ਕਹਿੰਦੇ ਪੀਰ ਜੀ ਰੱਬ ਦੇ ਪਿਆਰਿਆਂ ਨੂੰ ਹੱਠ ਨਹੀਂ ਚਾਹੀਦਾ, ਮਨ ਹੱਠ ਤਰਫ ਨਾ ਜੇ ਪਈ, ਜੇ ਬਹੁਤਾ ਘਾਲੇ ਤਰਫ ਜਿਣੇ ਸਤ ਭਾਉ ਦੇ, ਜਾਂ ਨਾਨਕ ਸ਼ਬਦ ਵਿਚਾਰੇ। ਕਹਿੰਦੇ ਹੱਠ ਨਹੀਂ ਚਾਹੀਦਾ। ਤੇ ਅੱਗੋਂ ਪੀਰ ਹੋਰ ਨਿਮਰਤਾ ਨਾਲ ਹੱਥ ਜੋੜ ਕੇ ਆਖਣ ਲੱਗਾ ਕਹਿੰਦਾ ਹੱਠ ਨਹੀਂ ਹੈ, ਇਹ ਪਿਆਰ ਹੈ ਆਪਣੇ ਮਾਲਕ ਨਾਲ, ਆਪਣੇ ਮੁਰਸ਼ਦ ਨਾਲ, ਇਹਨੂੰ ਹੱਠ ਨਾ ਸਮਝੋ। ਮੈਂ ਹੱਠ ਨਹੀਂ ਕਰ ਰਿਹਾ, ਮੇਰੀ ਭਾਵਨਾ ਹੈ ਮੈਨੂੰ ਸਾਹਿਬਜ਼ਾਦੇ ਦੇ ਦੀਦਾਰ ਕਰਵਾ ਦਿਓ ਜਿਸ ਦਾ ਪ੍ਰਕਾਸ਼ ਹੋਇਆ, ਬਸ ਉਹਨਾਂ ਦੇ ਦੀਦਾਰ ਕਰਕੇ ਹੀ ਮੈਂ ਜਾਣਾ ਚਾਹੁੰਦਾ। ਤੇ ਅੰਦਰ ਆ ਗਏ, ਮਾਤਾ ਨਾਨਕੀ ਜੀ ਨੂੰ ਦੱਸਣਾ ਕੀਤਾ ਕਿ ਇਹ ਮੁਸਲਮਾਨ ਫਕੀਰ ਸਾਹਿਬਜ਼ਾਦੇ ਦੇ ਦੀਦਾਰ ਚਾਹੁੰਦਾ ਹੈ। ਮਾਤਾ ਨਾਨਕੀ ਜੀ ਨੇ ਟਾਲਣਾ ਚਾਹਿਆ, ਕਹਿੰਦੇ ਉਹਨੂੰ ਜਾ ਕੇ ਆਖ ਦਿਓ ਜੇ ਸਾਹਿਬਜ਼ਾਦੇ ਦੇ ਦੀਦਾਰ ਕਰਨੇ ਨੇ ਤੇ ਲੰਮਾ ਸਮਾਂ ਉਡੀਕ ਕਰਨੀ ਪਏਗੀ। ਪਿਆਰਿਓ ਜਦੋਂ ਪਿਆਰੇ ਦੇ ਦੀਦਾਰ ਕਰਨੇ ਹੋਣ ਨਾ, ਕਈ ਵਾਰ 10 ਸਾਲ 20 ਸਾਲ ਉਮਰ ਲੰਘ ਜਾਂਦੀ ਹੈ, 40 ਸਾਲ ਉਮਰ ਲੰਘ ਜਾਂਦੀ ਹੈ, ਪਰ ਪਿਆਰੇ ਦੇ ਦੀਦਾਰ ਨਹੀਂ ਹੁੰਦੇ, ਕਿਉਂਕਿ ਅੰਮ੍ਰਿਤ ਦੀ ਦਾਤ ਪਹਿਲੀ ਪੌੜੀ ਲਈ ਨਹੀਂ। ਜਿਹੜਾ ਅੰਮ੍ਰਿਤ ਦੀ ਦਾਤ ਲੈ ਲੈਂਦਾ ਉਹਨੂੰ ਦੀਦਾਰ ਵੀ ਹੋ ਜਾਂਦੇ ਨੇ। ਹੁਣ ਐਸੀ ਖੇਡ ਵਰਤੀ, ਇੱਕ ਦਿਨ ਬਤੀਤ ਹੋਇਆ, 2 ਦਿਨ ਬਤੀਤ ਹੋਏ, 3 ਦਿਨ ਬਤੀਤ ਹੋਏ, ਟਾਲ ਮਟੋਲ ਕੀਤਾ, ਉਹ ਅੱਗੋਂ ਬਿਲਕੁਲ ਦ੍ਰਿੜ ਇਰਾਦੇ ਨਾਲ ਬੈਠਿਆ ਦਰ ਦੇ ਉੱਤੇ ਆ ਕੇ ਕਿ ਮੈਂ ਇਸ ਦਰ ਨੂੰ ਛੱਡਣਾ ਨਹੀਂ, ਮੈਂ ਇਸ ਦਰ ਤੇ ਦੀਦਾਰ ਕਰਕੇ ਹੀ ਜਾਣੇ ਨੇ। ਹੁਣ ਤੀਸਰੇ ਦਿਨ ਮਾਤਾ ਨਾਨਕੀ ਜੀ ਦੇ ਮਨ ਨੂੰ ਪ੍ਰੇਰ ਲਿਆ, ਕਿਉਂਕਿ ਉਹ ਕਹਿੰਦਾ ਸੀ ਕਿ ਮੈਨੂੰ ਪਤਾ ਮੇਰੇ ਮਾਲਕ ਨੇ ਕਸੌਟੀ ਲਾਉਣੀ ਮੇਰੇ ਉੱਤੇ, ਪਰ ਸਾਡੇ ਤੇ ਵੀ ਲੱਗਦੀ ਹੈ। ਜਦੋਂ ਕੋਈ ਸਾਨੂੰ ਕਵੇ ਨਾ ਕਿ ਅੰਮ੍ਰਿਤ ਛਕ ਲਓ, ਕਸੌਟੀ ਉਸ ਵੇਲੇ ਸੱਦਾ ਹੁੰਦਾ ਹੈ ਗੁਰੂ ਵੱਲੋਂ ਕਿ ਆ ਮੇਰੀ ਗੋਦ ਵਿੱਚ ਬਹਿ ਜਾ, ਪਰ ਨਹੀਂ ਅਸੀਂ ਕਹਿੰਦੇ ਹਾਲੇ ਸਮਾਂ ਨਹੀਂ, ਫੇਰ ਛਕਾਂਗੇ, ਹਾਲੇ ਬਹੁਤ ਸਮਾਂ ਪਿਆ। ਹੁਣ ਸਾਹਿਬਜ਼ਾਦਾ ਕਹਿੰਦੇ ਜਦੋਂ ਤੁਹਾਡੇ ਮਨ ਨੂੰ ਪ੍ਰੇਰੇਗਾ ਮੇਰਾ ਮੁਰਸ਼ਦ, ਉਸ ਵੇਲੇ ਦੀਦਾਰ ਹੋ ਜਾਣਗੇ ਮੇਰੇ ਮਾਲਕ ਦੇ। ਹੁਣ ਐਸੀ ਖੇਡ ਵਰਤੀ, ਕਹਿੰਦੇ 2 ਕੁੱਜੀਆਂ ਲਈਆਂ, ਇੱਕ ਵਿੱਚ ਦੁੱਧ ਤੇ ਇੱਕ ਵਿੱਚ ਜਲ ਲਿਆ, ਤੇ ਅੱਜ ਦਰਸ਼ਨ ਕਰਾਉਣ ਦੀ ਜਿਹੜੀ ਇੱਛਾ ਹੈ ਉਹ ਪੂਰੀ ਕਰਨੀ ਮੰਨ ਲਈ ਮਾਤਾ ਨਾਨਕੀ ਜੀ ਨੇ। ਕਹਿੰਦੇ ਸਾਰੇ ਨਗਰ ਨੂੰ ਸਦਾ ਪੱਤਰ ਦਿਓ, ਸਾਰਾ ਨਗਰ ਜਦੋਂ ਬੈਠਾ ਹੋਵੇਗਾ ਇਸ ਪੀਰ ਨੂੰ ਵੀ ਦੀਦਾਰ ਹੋ ਜਾਣਗੇ। ਪੀਰ ਨੇ ਅੱਜ ਅੰਦਰ ਦੀ ਭਾਵਨਾ ਪ੍ਰਗਟ ਕਰ ਰਿਹਾ, ਕਹਿੰਦਾ ਅੱਜ ਦਰਸ਼ਨਾਂ ਦੀ ਇੱਛਾ ਪੂਰਨ ਹੋਏਗੀ, ਕਸੌਟੀ ਲੱਗੀ ਹੋਈ ਹੈ, ਕਹਿੰਦੇ ਅੱਜ ਇੱਛਾ ਪੂਰਨ ਹੋਏਗੀ, ਰਹਿਮਤ ਕਰੇ ਮੇਰੇ ਉੱਤੇ, ਨਦਰ ਕਰਮ ਕਰੇ। ਇਹਨੇ 2 ਕੁੱਜੀਆਂ ਲਈਆਂ, ਕਹਿੰਦੇ ਹਰ ਜੀਵ ਦੇ ਹੱਥਾਂ ਵਿੱਚ ਕੋਈ ਨਾ ਕੋਈ ਭੇਟਾ ਹੈ ਕਿ ਕੋਈ ਨਾ ਕੋਈ ਭੇਟਾ ਆਪਣੇ ਮੁਰਸ਼ਦ ਨੂੰ ਅਰਪਣ ਕਰਾਂ। ਇਹਨੇ 2 ਕੁੱਜੀਆਂ, ਇੱਕ ਵਿੱਚ ਦੁੱਧ ਤੇ ਇੱਕ ਵਿੱਚ ਜਲ ਫੜਿਆ, ਸਾਹਿਬਜ਼ਾਦੇ ਨੂੰ ਲੈ ਕੇ ਆ ਗਏ। ਭਰੀ ਸੰਗਤ ਵਿੱਚ ਕੀਰਤਨ ਆਰੰਭ ਹੋ ਗਿਆ ਰੱਬੇ ਬਣੀ ਦਾ, ਤੇ ਸਾਹਿਬਜ਼ਾਦੇ ਨੂੰ ਸੁੰਦਰ ਰੁਮਾਲੀਆਂ ਵਿੱਚ ਲਪੇਟਿਆ ਹੋਇਆ। ਲਪੇਟ ਕੇ ਹੁਣ ਜਿਸ ਵੇਲੇ ਗੋਦ ਵਿੱਚ ਬੈਠ ਗਏ ਆ ਕੇ ਮਾਤਾ ਨਾਨਕੀ ਜੀ, ਤੇ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਸ ਪੀਰ ਵੱਲ ਵੇਖ ਰਹੇ ਨੇ, ਨਜ਼ਰ ਕਰ ਰਹੇ ਨੇ।
और पीर दा सीस झुकिया होया आ गया, संगत दे विच आ गया, दोनों हत्थां विच कुजियां फड़ियां, पिछे उहदे चेले ने, वो कहंदे असीं नहीं नमस्कार करनी, असीं नहीं नमस्कार करनी, काफरां दा बच्चा है, उन्हां लई बालक ही है, पर इहदे लई अपना पीरो मुर्शद है। हुण गुरु गोबिंद सिंह सच्चे पातशाह महाराज जी दे नेड़े पहुंच के पहला चरणां नूं अपना मस्तक छुहाया। जिस वेले मस्तक छुहाया चरणां नूं, इहदे अंदर ब्रह्म दा ज्ञान, ब्रह्म दा प्रकाश हो गया, इहदे तो तेज प्रताप झलिया ना जाए। नेत्र बंद ने, नेड़े कीते दोनों कुजे, और दोनों कुजे नेड़े जिस वेले कीते, सतगुरां ने दोनों कुजियां ते हाथ रखते, थोड़ी जी दूरी ते रख दिते दोनों कुजे। जिस वेले दूरी ते रखे ते सतगुरां ने अपने दोनों नन्हे नन्हे चरण उस कुजे दे उत्ते मारे, ते कुजियां दे विचों एक विचों दुध रुड़ गया, एक विचों जल रुड़ गया। हुण दो धारां चल पईयां, अगे जाके एक हो गईयां। जदों ये खेड इस पीर ने वेखी ते पीर फिर अगों नचण लग पिया ते गाउण लग पिया, कहंदा तुम शरणाई आया ठाकुर, तुम शरणाई आया, ठाकुर तुम शरणाई आया, ठाकुर तुम शरणाई आया, उतर गयो मेरे मन का संसार, उतर गयो मेरे मन का संसार, जब ते दर्शन पाया, जब ते दर्शन पाया, दर्शन पाया, जब ते दर्शन पाया, तुम शरणाई आया ठाकुर, तुम शरणाई आया, शरणाई आया ठाकुर, तुम शरणाई आया। हुण ऐसी खेड वरती, झूमण लग पिया, पीर नचण लग पिया। ਉਹਦੇ चेले कहंदे अज तक असीं पीर नूं नचदियां नहीं वेखिया। कहंदा मेरी खुशी का ठिकाना ही नहीं, नाच रे मन गुर के आगे। गुरु अगे नचण लग पिया। ਉਹ ਕਹਿੰਦੇ पीर जी साडे ते घट्टो घट लाज रखो, तुसीं साडे पीरो मुरशद है, कुछ सानू भी समझाओ की खेड वरती है। ते पीर ने आख्या, कहंदे आ दो सवाल रखे सन मैं पीरो मुरशद दे अगे। एक प्रतीक सी मुसलमानां दा, एक प्रतीक सी हिंदुआं दा, कि तुसीं किन्हां नूं रखण लई आए हो। कहंदे इन्हां ने दोनां उत्ते हथ रखे कि मैं दोनां दा साझा हां। कहंदे पर कुजियां ते रोड़तियां। हुण जिहड़े तर्कवादी कहंदे कुजियां ते रोड़तियां साहिबजादे ने, ਉਹ ਕਹਿੰਦੇ ਉਹਦੇ ਵਿੱਚ ਵੀ ਸੰਦੇਸ਼ ਹੈ ਕਿ ਅੱਜ ਤੱਕ ਧਰਮ ਜਿਹੜਾ ਧਾਰਮਿਕ ਅਸਥਾਨਾਂ ਉੱਤੇ ਕੈਦ ਸੀ, ਕੁੱਜਿਆਂ ਦੇ ਵਿੱਚ ਜਿਵੇਂ ਕੈਦ ਸੀ ਨਾ ਦੁੱਧ ਤੇ ਜਲ, ਧਰਮ ਧਾਰਮਿਕ ਅਸਥਾਨਾਂ ਤੱਕ ਹੀ ਕੈਦ ਸੀ। ਇਹ ਧਰਮ ਅਸਥਾਨਾਂ ਚੋਂ ਕੱਢ ਕੇ ਧਰਮ ਇਨਸਾਨੀਅਤ ਤੱਕ ਲੈ ਕੇ ਜਾਏਗਾ, ਸਾਰਿਆਂ ਨੂੰ ਇੱਕ ਰੂਪ ਹੋ ਕੇ ਦਿਖਾਏਗਾ। ਜਿਹੜਾ ਅੱਜ ਹੁਕਮਨਾਮਾ ਆਇਆ ਨਾ ਪਹਿਲਾਂ, एक पिता एकस के हम बारिक तू मेरा गुरहाई, सुन मीता जियो हमारा बलबल जासी, हर दर्शन देहो दिखाई, सुन मीता धूरी को बल जाई, ए मन तेरा भाई दी खेड वरतेगी। सतगुरु गुरु गोबिंद सिंह सच्चे पातशाह महाराज जी ने जिहड़ा प्रकाश उस पीर नूं दिता, प्यारिओ जे वो प्रकाश साडे हिरदे विच भी आ जाए, फिर किसे दा हथ गुरु ग्रंथ साहिब दी बेअदबी करन लई नहीं वधेगा। फिर किसी का हाथ बेकदरी, किसी के धर्म की बेकदरी करने लिए नहीं बढ़ेगा। इत्थे ते गुरु साहब ने कबुद्ध करन ते लोग हटाए, भैड़ी मत विचों लोकां नूं हटाया, चंगे पासे लगाया कि अज असीं उन्हां दा प्रकाश पुरब मना रहे हां। साडा जीवन हाले प्रकाश तो सखना है, असीं अपने जीवन विच भी प्रकाश ले आईए। सतगुरु किरपा करन साडे सारिआं उत्ते प्रकाश पुरब मना रहे हां। कल साल बदलिया, मन भी बदलो। हर साल उथे दे उथे ही ना रहिए। मन बदलोगे तो जीवन बदल जाएगा, क्योंकि मन जीते
जगजीत। मन बदलिया ते संसार भी बदल जाएगा। मन बदलेगा उदों जदों गुरु दी विचार नाल एकमिक हो गया। गुरु दी विचार नाल एकमिक हो के मन बदले, मन साधे सिद्ध होई, मन नूं साध लिया सिद्ध हो जाएगी, प्राप्ति हो जाएगी। आपां सारे ये उदम उपराला करदे हां इस लई कि साडी गुरु चरनां नाल बण आवे। बस यही भावना है। सतगुरु कृपा करन साडे सारियां दे उत्ते। असीं सारे प्रकाश पुरब मनाउंदे आ। इह अरदास करिए सच्चे पातशाह तुसीं साडे सीस उत्ते मेहर भरिया हथ रखो। जिवें भाई छज्जू नूं इस जोग कर दिता, ओदा मन बदलता, दूजे पासे लाल चंद चढ़ के आया, हंकारी होके आया, ओदा मन बदल के रख दिता। साडे भी मन बदलो, आप कृपा करो, साडे उत्ते नजरो करम करो। जिन्हां ने अरज़ोई कीती, पीर ने अरज़ोई की ते पीर दर ते परवान हो गया। इतिहास का चमकदा सितारा बन गया। सतगुरु कृपा करन असी अरज़ोई करिए, सतगुरु सानू भी संभाल लैणगे। समुची विचार करदियां होइयां बेअंत प्रकार दीयां भुलां खिमा करनियां। सारी संगत दा धन्नवाद, महापुरखां दा धन्नवाद। बहुत ही प्यार वाली रूह बाबा मलकीत सिंह जी खानपुर थियाड़े वाले बड़े प्रेम विच भिज के गुरबाणी अते इतिहास नाल संगत नूं जोड़दे ने। आओ हुण आपां बड़े प्रेम नाल उन्हां पासों रबी बाणी दा कीर्तन अते इतिहास सरवण करने। समुची विचार करदियां होइयां भुलां खिमा करनियां। सब तो वध धन्नवाद साहिब श्री गुरु ग्रंथ साहिब सच्चे पातशाह जी दा, जिन्हां ने सानू सारियां नूं इत्थे बिठाया। सतगुरु सानू सारियां नूं अपने दर ते इसे तरह सेवा बख्शिश करदे रहण। समुची विचार करदियां होइयां भुलां खिमा करनियां। एक पंक्ति जिहड़ी सदा पढ़ी जांदी है कि गुरु नूं संग ले लो। देखना सुनना बोलना कर्म करना तब्दील हो जाएगा। पढ़ दो सारे, फिर समाप्ति करिए। संग सदा है नाले गुर मेरे संग सदा है नाले। गुर मेरे संग सदा है नाले, गुर मेरे संग सदा है नाले। सिमर सिमर तिस सदा संभाले, सिमर सिमर तिस सदा संभाले। संग सदा है नाले गुर मेरे संग सदा है नाले। सतगुरु कृपा करन साडे सारियां ते अपनी नजरों कर्म करन, सानू अपने दर ते प्रवान कर लैण। समुची विचार करदियां होइयां भुलां खिमा करनियां। आओ हुण बहुत ही सत्कारयोग भाई साहब भाई मलकीत सिंह जी खानपुर थियाड़े वाले, वो संग